ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਰਾਈਟ ਟੂ ਐਜੂਕੇਸ਼ਨ। ਮੈਂ ਗੁਰਵਿੰਦਰ ਸਿੰਘ। ਸੋ ਦੇਖੋ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਇਸ ਸਮੇਂ ਜਰਮਨੀ ਵਿਜ਼ਿਟ ਤੇ ਗਏ ਨੇ, ਉੱਥੇ G7 ਸਮਿਟ ਨੂੰ ਅਟੈਂਡ ਕਰਨ। ਸੋ ਇਸ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ ਕਿਵੇਂ ਦੁਨੀਆ ਦੇ ਵਿੱਚ ਇੰਡੀਆ ਇੱਕ ਗਲੋਬਲ ਪਾਵਰ ਬਣ ਕੇ ਉੱਭਰ ਰਿਹਾ ਹੈ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਜੋ ਕਿ ਵਰਲਡ ਦੇ ਵਿੱਚ ਇੱਕ ਬਹੁਤ ਪਾਵਰਫੁਲ ਪ੍ਰਾਈਮ ਮਿਨਿਸਟਰ ਬਣ ਕੇ ਸਾਹਮਣੇ ਆ ਰਹੇ ਨੇ ਤੇ ਦੂਜੇ ਤੇ ਵਰਲਡ ਦੇ ਕਿੱਦਾਂ ਟੌਪ ਕੰਟਰੀਜ਼ ਦੇ ਲੀਡਰਸ ਵੀ ਇੰਡੀਅਨ ਪ੍ਰਾਈਮ ਮਿਨਿਸਟਰ ਨੂੰ ਇਨਵਾਈਟ ਕਰ ਰਹੇ ਨੇ ਆਪਣੀ ਮੀਟਿੰਗਸ ਦੇ ਵਿੱਚ, ਜਿਸ ਦਾ ਅੰਦਾਜ਼ਾ ਆਪਾਂ ਇਹ G7 ਸਮਿਟ ਤੋਂ ਲਗਾਇਆ ਹੈ। ਸੋ ਚਲੋ ਇਹ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ, ਜਿਹਦੇ ਵਿੱਚ ਆਪਾਂ ਸਮਝਾਂਗੇ G7 ਸਮਿਟ ਤੇ ਇੰਡੀਆ ਦਾ ਕੀ ਰੋਲ ਹੈ G7 ਸਮਿਟ ਦੇ ਵਿੱਚ। ਸੋ ਲੈਟ ਅਸ ਸਟਾਰਟ ਟੁਡੇਜ਼ ਵੀਡੀਓ। ਸੋ ਸਭ ਤੋਂ ਪਹਿਲਾਂ ਦੇਖੋ, ਆਪਾਂ ਸਮਝਦੇ ਹਾਂ ਕਿ G7 ਸਮਿਟ ਦਾ ਮੀਨਿੰਗ ਕੀ ਹੈ। ਸੋ G7 ਇੱਕ 7 ਦੇਸ਼ਾਂ ਦਾ ਗਰੁੱਪ ਹੈ ਜਿਨ੍ਹਾਂ ਦੀ ਸਮਿਟ ਮੀਨਸ ਮੀਟਿੰਗ ਕੰਡਕਟ ਕਰਾਈ ਜਾਂਦੀ ਹੈ ਹਰ ਸਾਲ। ਹੁਣ ਇਹ G7 ਕੰਟਰੀਜ਼ ਜੋ ਨੇ, ਇਹਨਾਂ ਨੂੰ ਇੰਡਸਟਰੀਅਲਾਈਜ਼ਡ ਨੇਸ਼ਨ ਵੀ ਕਿਹਾ ਜਾਂਦਾ ਹੈ। ਸੋ ਇੰਡਸਟਰੀਅਲਾਈਜ਼ਡ ਨੇਸ਼ਨ ਮੀਨਸ ਇਹਨਾਂ ਦੇਸ਼ਾਂ ਦਾ ਵਰਲਡ ਦੇ ਵਿੱਚ ਐਕਸਪੋਰਟ ਬਹੁਤ ਹੁੰਦਾ ਹੈ। ਸੋ ਇਹ ਕੰਟਰੀਜ਼ ਜੋ ਨੇ ਵਰਲਡ ਦੇ ਵਿੱਚ ਆਪਣਾ ਬਿਜ਼ਨਸ ਬਹੁਤ ਜ਼ਿਆਦਾ ਐਕਸਪੈਂਡ ਕਰਦੀ ਹੈ। ਸੋ ਇਹਨਾਂ ਦਾ ਐਕਸਪੈਂਸ਼ਨ ਹੀ ਪੂਰੇ ਵਰਲਡ ਟ੍ਰੇਡ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ। ਸੋ ਇਹਨਾਂ ਦੇ ਵਿੱਚ ਇਹ ਜੋ 7 ਕੰਟਰੀਜ਼ ਹੈ, ਤੁਸੀਂ ਇਹ ਯਾਦ ਰੱਖਣੀ ਕਿਹੜੀ ਕੰਟਰੀਜ਼ ਹੈ। ਸੋ ਯਾਦ ਰੱਖਣਾ ਈਜ਼ੀ ਹੈ। ਸਭ ਤੋਂ ਪਹਿਲਾਂ ਦੇਖੋ USA, ਸੈਕਿੰਡ USA ਨੇਬਰਿੰਗ ਕੰਟਰੀ ਕੈਨੇਡਾ, ਥਰਡ UK ਤੇ ਫੋਰਥ, ਫਿਫਥ, ਸਿਕਸਥ ਇਹ ਨੇਬਰਿੰਗ ਕੰਟਰੀਜ਼ ਨੇ ਇਟਲੀ, ਫਰਾਂਸ ਐਂਡ ਜਰਮਨੀ। ਠੀਕ ਹੈ। ਫਿਰ ਉਸ ਤੋਂ ਬਾਅਦ ਇੱਕ ਏਸ਼ੀਅਨ ਕੰਟਰੀ ਹੈ ਜਾਪਾਨ। ਸੋ ਟੋਟਲ 7 ਕੰਟਰੀਜ਼ ਨੇ ਇਸ ਗਰੁੱਪ ਦੇ ਵਿੱਚ। ਸੋ ਇਹ ਧਿਆਨ ਰੱਖਣਾ ਹੈ ਰਸ਼ੀਆ ਇਸ ਦਾ ਮੈਂਬਰ ਨਹੀਂ ਹੈ। ਸੋ 7 ਕੰਟਰੀਜ਼ ਤੁਸੀਂ ਇਹ ਯਾਦ ਰੱਖਣੀਆਂ ਕਿਹੜੀਆਂ। ਤੇ ਇਸ ਸਾਲ ਦੀ ਜੋ G7 ਸਮਿਟ ਹੈ, ਇਸ ਦੀ ਪ੍ਰੈਜ਼ੀਡੈਂਸੀ ਹੈ ਜਰਮਨੀ ਕੋਲ ਤੇ ਜਰਮਨੀ ਚਾਂਸਲਰ ਓਲਾਫ ਸੈਕੋਲਸ ਉਹਨਾਂ ਨੇ ਇੰਡੀਆ ਨੂੰ ਇਨਵਾਈਟ ਕੀਤਾ ਹੈ। ਤੇ ਇਹਦੇ ਵਿੱਚ ਆਪਾਂ ਇਹ ਵੀ ਗੱਲ ਯਾਦ ਰੱਖਾਂਗੇ, ਇੰਡੀਆ ਦੇ ਨਾਲ ਅਰਜਨਟੀਨਾ, ਇੰਡੋਨੇਸ਼ੀਆ, ਸੈਨੇਗਲ ਐਂਡ ਸਾਊਥ ਅਫਰੀਕਾ ਨੂੰ ਵੀ ਇਨਵਾਈਟ ਕੀਤਾ ਹੈ। ਤੇ ਇੱਥੇ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਇੰਡੀਆ ਨੂੰ ਕੰਜ਼ੀਕਿਊਟਿਵਲੀ 4th ਟਾਈਮ ਇਨਵੀਟੇਸ਼ਨ ਮਿਲਿਆ ਹੈ G7 ਸਮਿਟ ਦੇ ਵਿੱਚ। ਇੰਡੀਆ ਦੇ ਨਾਲ ਸਾਊਥ ਅਫਰੀਕਾ ਵੀ, ਇਹ ਦੋਨੋਂ ਕੰਟਰੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਕੰਟਰੀਜ਼ ਨੇ G7 ਦੇ ਲਈ। ਇਹਨਾਂ ਕੰਟਰੀਜ਼ ਦੇ ਨਾਲ ਯੂਕਰੇਨ ਨੂੰ ਵੀ ਇਨਵੀਟੇਸ਼ਨ ਮਿਲਿਆ ਸੀ, ਬਟ ਉੱਥੇ ਵਾਰ ਸਿਚੁਏਸ਼ਨ ਦੇ ਕਰਕੇ ਉਹਨਾਂ ਦੇ ਜੋ ਪ੍ਰੈਜ਼ੀਡੈਂਟ ਹੈ ਉਹਨਾਂ ਨੇ ਵਰਚੁਅਲ ਮੀਟਿੰਗ ਅਟੈਂਡ ਕੀਤੀ ਸੀ। ਇਹਨਾਂ ਕੰਟਰੀਜ਼ ਦੇ ਨਾਲ ਕੁਝ ਇੰਪੋਰਟੈਂਟ ਆਰਗੇਨਾਈਜੇਸ਼ਨ ਨੇ ਵੀ ਪਾਰਟਿਸਿਪੇਟ ਕੀਤਾ ਸੀ। ਸੋ ਕੁਝ ਇੰਪੋਰਟੈਂਟ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਜਿਵੇਂ ਯੂਨਾਈਟਿਡ ਨੇਸ਼ਨ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਵਰਲਡ ਹੈਲਥ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਮੋਨੇਟਰੀ ਫੰਡ ਐਂਡ ਵਰਲਡ ਬੈਂਕ। ਸੋ ਇਹ ਆਰਗੇਨਾਈਜੇਸ਼ਨਸ ਦਾ ਵੀ ਪਾਰਟਿਸਿਪੇਸ਼ਨ ਸੀਗਾ ਇਸ G7 ਸਮਿਟ ਦੇ ਵਿੱਚ। ਸੋ ਹੁਣ ਆਪਾਂ ਦੇਖਦੇ ਹਾਂ ਕਿ G7 ਦੀ ਹਿਸਟਰੀ ਕੀ ਹੈ। ਸੋ ਦੇਖੋ 1970 ਦੇ ਵਿੱਚ ਜਦ ਆਇਲ ਕ੍ਰਾਈਸਿਸ ਆਇਆ ਸੀ, ਉਸ ਤੋਂ ਬਾਅਦ ਜੋ ਵਰਲਡ ਦੇ ਪਾਵਰਫੁਲ ਕੰਟਰੀਜ਼ ਸੀਗੇ ਉਹਨਾਂ ਨੇ ਇੱਕ ਮੀਟਿੰਗ ਅਟੈਂਡ ਕੀਤੀ। ਸੋ ਉਹਨਾਂ ਮੀਟਿੰਗਸ ਨੂੰ, ਉਸ ਮੀਟਿੰਗ ਦੇ ਵਿੱਚ ਜੋ ਪਾਰਟਿਸਿਪੈਂਟ ਕੰਟਰੀ ਸੀਗੇ ਉਹਨਾਂ ਨੂੰ ਲਾਇਬ੍ਰੇਰੀ ਗਰੁੱਪ ਕਿਹਾ ਗਿਆ ਸੀ ਤੇ ਉਸ ਮੀਟਿੰਗ ਨੂੰ ਕਿਹਾ ਗਿਆ ਸੀ ਵਰਲਡ ਇਕਨੋਮਿਕ ਸਮਿਟ। ਠੀਕ ਹੈ। ਉਸ ਸਮੇਂ ਇਕਨੋਮਿਕ ਸਮਿਟ ਦੇ ਤੌਰ ਤੇ, ਇਕਨੋਮਿਕ ਮਤਲਬ ਜੋ ਇਕਨੋਮਿਕਲ ਇਸ਼ੂਜ਼ ਆ ਰਹੇ ਆ ਉਸ ਦੇ ਬੇਸਿਸ ਤੇ ਸਮਿਟ ਕਰਾਈ ਗਈ ਤੇ ਉਸ ਨੂੰ ਮੇਨ ਜੋ ਲੀਡ ਕੀਤਾ ਗਿਆ ਸੀ ਫਾਰਮਰ ਫ੍ਰੈਂਚ ਪ੍ਰੈਜ਼ੀਡੈਂਟ ਵੈਲਰੀ ਗਿਸਕਾਰਡ ਦੀ ਐਸਟਿੰਗ ਦੇ ਦੁਆਰਾ ਕੀਤਾ ਗਿਆ ਸੀ। ਹੁਣ ਇਹ 6 ਕੰਟਰੀ ਸੀਗੇ ਤੇ ਇਸ ਲਈ ਇਹਨੂੰ G6 ਕੰਟਰੀ ਵੀ ਕਿਹਾ ਗਿਆ। ਬਟ 1976 ਦੇ ਵਿੱਚ ਜਦ ਕੈਨੇਡਾ ਦੀ ਵੀ ਪਾਰਟਿਸਿਪੇਸ਼ਨ ਇਹਦੇ ਵਿੱਚ ਆਉਂਦੀ ਹੈ, ਸੋ ਉਸ ਤੋਂ ਬਾਅਦ ਇਹਨੂੰ G7 ਗਰੁੱਪ ਕਹਿਣਾ ਸ਼ੁਰੂ ਕੀਤਾ ਗਿਆ। ਸੋ ਪਰਟੋ ਰੀਕੋ ਦੇ ਵਿੱਚ ਇਹਦੀ ਮੀਟਿੰਗ ਹੋਈ ਜਿਹਦੇ ਵਿੱਚ ਕੈਨੇਡਾ ਵੀ ਪਾਰਟਿਸਿਪੇਟ ਕਰਦਾ ਹੈ। ਹੁਣ ਹਿਸਟਰੀ ਦੇ ਵਿੱਚ ਆਪਾਂ ਇਹ ਜਾਣਿਆ ਕਿ 1970 ਦੇ ਆਇਲ ਕ੍ਰਾਈਸਿਸ ਪਲੱਸ ਉਸ ਤੋਂ ਬਾਅਦ ਕੋਲੈਪਸ ਆਫ ਸਿਸਟਮ ਆਫ ਫਿਕਸਡ ਇਕਨੋਮਿਕ ਐਕਸਚੇਂਜ ਰੇਟਸ, ਜੋ ਐਕਸਚੇਂਜ ਰੇਟਸ ਹੋ ਰਹੇ ਸੀ ਉਹਦਾ ਜੋ ਉਹਨਾਂ ਨੇ ਤਰੀਕਾ ਬਣਾਇਆ ਸੀ ਉਹ ਵੀ ਕੋਲੈਪਸ ਕਰ ਚੁੱਕਾ ਸੀ। ਐਂਡ ਐਗਰੀਡ ਔਨ ਇੰਟਰਨੈਸ਼ਨਲ ਇਕਨੋਮਿਕ ਪੋਲਿਸੀ ਐਂਡ ਇਨੀਸ਼ੀਅਲ ਮੇਜਰਸ ਟੂ ਫਾਈਟ ਦੀ ਗਲੋਬਲ ਡਾਊਨਟਰਨ। ਸੋ ਉਸ ਸਮੇਂ ਜੋ ਦੁਨੀਆ ਦੇ ਵਿੱਚ ਗਲੋਬਲ ਇਸ਼ੂਜ਼ ਆ ਰਹੇ ਸੀ ਇਕਨੋਮਿਕ, ਉਹਦੇ ਉੱਤੇ ਪਲੱਸ ਆਇਲ ਕ੍ਰਾਈਸਿਸ ਪਲੱਸ ਜੋ ਫਿਕਸਡ ਐਕਸਚੇਂਜ ਰੇਟ ਸੀਗੇ ਉਹਨਾਂ ਦੇ ਵਿੱਚ ਜੋ ਇਸ਼ੂਜ਼ ਆ ਰਹੇ ਸੀ, ਇਹਨਾਂ ਤਿੰਨਾਂ ਨੂੰ ਮਿਲਾ ਕੇ ਇਹ ਮੇਨ 3 ਕਾਰਨ ਬਣਦੇ ਨੇ ਜਿਹਦੇ ਕਰਕੇ ਵਰਲਡ ਇਕਨੋਮਿਕ ਸਮਿਟ ਪਹਿਲੀ ਵਾਰ ਕੰਡਕਟ ਕਰਾਈ ਗਈ ਸੀ। ਸੋ ਇਹ ਸੀਗਾ G7 ਦਾ ਇਤਿਹਾਸ। ਸੋ ਹੁਣ ਆਪਾਂ ਸਮਝਦੇ ਹਾਂ ਕਿ ਇੰਡੀਆ ਦਾ ਇਹਦੇ ਵਿੱਚ ਕੀ ਰੋਲ ਹੈ ਤੇ ਇੰਡੀਆ ਨੂੰ ਇਨਵੀਟੇਸ਼ਨ ਕਿਉਂ ਮਿਲਦਾ ਹੈ। ਸਭ ਤੋਂ ਪਹਿਲਾਂ ਦੇਖੋ ਜਿਵੇਂ ਵਰਲਡ ਜਾਣਦਾ ਹੈ ਕਿ ਇੰਡੀਆ ਦੀ 200 ਈਅਰਸ ਦਾ ਗੁਲਾਮੀ ਦਾ ਇਤਿਹਾਸ ਹੈ। ਉਸ ਤੋਂ ਬਾਅਦ 1947 ਤੋਂ ਬਾਅਦ ਇੰਡੀਆ ਜਿਵੇਂ ਗਰੋ ਕਰਦਾ ਹੈ ਤੇ ਇੰਡੀਆ ਨੂੰ ਬਹੁਤ ਵਧੀਆ ਲੀਡਰਸ ਮਿਲਦੇ ਨੇ ਤੇ ਉਹਨਾਂ ਵਿੱਚੋਂ ਵਨ ਆਫ ਦਾ ਫਾਈਨੈਸਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੋ ਮਿਲਦੇ ਨੇ, ਇਹ ਵਰਲਡ ਦੇ ਵਿੱਚ ਇੱਕ ਬਹੁਤ ਪਾਵਰਫੁਲ ਨੇਤਾ ਬਣ ਕੇ ਨਿਕਲਦੇ ਨੇ। ਸੋ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਇੰਡੀਆ ਨੇ ਜੋ ਇੱਕ ਪਾਵਰਫੁਲ ਇਮੇਜ ਆਪਣੀ ਵਰਲਡ ਦੇ ਵਿੱਚ ਬਣਾਈ ਹੈ, ਉਸ ਦੇ ਨਾਲ
ਇੰਡੀਆ ਨੂੰ ਬਹੁਤ ਜ਼ਿਆਦਾ ਪੁਸ਼ ਮਿਲਦਾ ਹੈ। ਸੋ ਦੇਖੋ ਇਹ ਕੋਈ ਮਜ਼ਾਕ ਨਹੀਂ ਹੈ ਕਿ ਰਸ਼ੀਆ ਵਰਗੀ ਪਾਵਰਫੁਲ ਕੰਟਰੀ ਦੇ ਨਾਲ ਦੋਸਤੀ ਬਣਾਉਂਦੇ ਹੋਏ ਇੱਕ ਅਮਰੀਕਾ ਵਰਗੀ ਪਾਵਰਫੁਲ ਕੰਟਰੀ ਦੇ ਨਾਲ ਵੀ ਇੱਕ ਬਹੁਤ ਵਧੀਆ ਰਿਲੇਸ਼ਨ ਬਣਾ ਕੇ ਰੱਖਣਾ। ਸੋ ਦੇਖੋ ਨਰਿੰਦਰ ਮੋਦੀ ਦੀ ਜੋ ਪਾਲਿਸੀ ਹੈ ਕਿ ਅਸੀਂ ਨਾ ਨਜ਼ਰਾਂ ਝੁਕਾ ਕੇ ਗੱਲ ਕਰਾਂਗੇ ਤੇ ਨਾ ਨਜ਼ਰਾਂ ਉਠਾ ਕੇ ਗੱਲ ਕਰਾਂਗੇ, ਅਸੀਂ ਨਜ਼ਰਾਂ ਮਿਲਾ ਕੇ ਗੱਲ ਕਰਾਂਗੇ। ਸੋ ਇਸ ਪਾਲਿਸੀ ਦੇ ਅਕੋਰਡਿੰਗ ਜੋ ਨਰਿੰਦਰ ਮੋਦੀ ਦੀ ਇਮੇਜ ਬਣੀ ਹੈ ਉਹ ਵਰਲਡ ਦੇ ਵਿੱਚ ਬਹੁਤ ਪਾਵਰਫੁਲ ਇਮੇਜ ਬਣੀ ਹੈ। ਸੋ ਇੰਡੀਆ, ਸੋ ਦੇਖੋ ਚਾਈਨਾ ਵਰਗੀ ਇੱਕ ਪਾਵਰਫੁਲ ਕੰਟਰੀ, ਚਾਈਨਾ ਵਰਗੀ ਇੱਕ ਬਹੁਤ ਵੱਡੀ ਮਾਰਕੀਟ ਹੁੰਦੇ ਹੋਏ ਵੀ ਇੰਡੀਆ ਇੱਕ ਇੱਦਾਂ ਦੀ ਇਮੇਜ ਬਣਾਉਣ 'ਚ ਕਾਮਯਾਬ ਰਿਹਾ। ਯੂਰੋਪੀਅਨ ਪਲੱਸ ਜੋ ਅਮਰੀਕਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇੰਡੀਆ ਦੀ ਜੋ ਮਾਰਕੀਟ ਵੈਲਿਊ ਹੈ, ਇੰਡੀਆ ਦੀ ਜੋ ਇਮੇਜ ਵੈਲਿਊ ਹੈ ਬਹੁਤ ਜ਼ਿਆਦਾ ਵਧੀਆ ਹੈ। ਸੋ ਆਫਟਰ ਪੈਂਡੇਮਿਕ, ਜੋ ਪੋਸਟ ਪੈਂਡੇਮਿਕ ਟਾਈਮ ਆਇਆ ਉਹਦੇ ਵਿੱਚ ਇਕਨੋਮਿਕ ਇਸ਼ੂਜ਼ ਬਹੁਤ ਜ਼ਿਆਦਾ ਆਏ ਨੇ ਤੇ ਇਹ ਇਕਨੋਮਿਕ ਇਸ਼ੂਜ਼ ਨੂੰ ਓਵਰਕਮ ਕਰਨ ਲਈ ਇੰਡੀਆ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇੰਡੀਆ ਇੱਕ ਬਹੁਤ ਵੱਡੀ ਮਾਰਕੀਟ ਹੈ, ਇੰਡੀਆ ਇੱਕ ਬਹੁਤ ਵੱਡੀ ਕੰਟਰੀ ਹੈ, ਬਹੁਤ ਵੱਡੀ GDP ਹੈ ਤੇ ਸਭ ਤੋਂ ਵੱਡੀ ਗੱਲ ਇੱਥੋਂ ਦੇ ਜੋ ਲੀਡਰ ਹੈ ਨਰਿੰਦਰ ਮੋਦੀ ਇੱਕ ਬਹੁਤ ਪਾਵਰਫੁਲ ਲੀਡਰ ਹੈ। ਸੋ ਇਹਨਾਂ ਸਾਰੀ ਗੱਲਾਂ ਨੂੰ ਸਮਝਦੇ ਹੋਏ ਜੋ ਨਵੇਂ ਲੀਡਰਸ ਆਏ ਨੇ, ਚਾਹੇ ਉਹ ਜਰਮਨੀ ਦੇ ਹੋਣ, ਚਾਹੇ ਜੋ ਬਾਈਡਨ ਹੋਣ, ਸੋ ਇਹ ਸਾਰੇ ਲੀਡਰਸ ਇੰਡੀਆ ਦੇ ਨਾਲ ਇੱਕ ਬਹੁਤ ਵਧੀਆ ਰਿਲੇਸ਼ਨ ਬਣਾ ਕੇ ਰੱਖਣਾ ਚਾਹੁੰਦੇ ਨੇ। ਸੋ ਇਸ ਲਈ ਹਰ G7 ਸਮਿਟ ਦੇ ਵਿੱਚ ਇੰਡੀਆ ਨੂੰ ਇਨਵਾਈਟ ਕੀਤਾ ਜਾਂਦਾ ਹੈ। ਸੋ ਇੰਡੀਆ ਇਜ਼ ਗ੍ਰੇਟ ਬਾਈ ਕੰਟੀਨਿਊਇੰਗ ਪਲੇਇੰਗ ਅ ਨਿਊਟਰਲ ਰੋਲ ਐਂਡ ਇੰਡੀਆ ਦੀ ਇੱਕ ਬਹੁਤ ਫੈਂਟੈਸਟਿਕ ਗਲੋਬਲ ਏਮ ਹੈ ਡਿਪਲੋਮੇਸੀ ਐਂਡ ਕੋਆਪਰੇਸ਼ਨ। ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ, ਇੰਡੀਆ ਦੀ ਇੱਕ ਬਹੁਤ, ਸੋ ਯਾਦ ਰੱਖਣਾ ਇੰਡੀਆ ਦੀ ਬਹੁਤ ਇੰਪੋਰਟੈਂਟ ਗਲੋਬਲ ਏਮ ਹੈ। ਹੁਣ ਦੇਖੋ ਇੰਡੀਆ ਦੀ ਇਸ ਇਮੇਜ ਦਾ ਐਡਵਾਂਟੇਜ ਕੀ ਹੋ ਸਕਦਾ ਹੈ ਕਿ ਇੰਡੀਆ ਨੂੰ ਜੋ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕਾਉਂਸਲ ਹੈ ਉਹਦੇ ਵਿੱਚ ਵੀ ਪਰਮਾਨੈਂਟ ਮੈਂਬਰ ਬਣਾਇਆ ਜਾ ਸਕਦਾ ਹੈ। ਸੋ ਇਹ ਸੀਗਾ ਇੰਡੀਆ ਦੀ ਅਚੀਵਮੈਂਟ ਜਿਹਦੇ ਕਰਕੇ ਇੰਡੀਆ ਨੂੰ G7 ਸਮਿਟ ਦੇ ਵਿੱਚ ਇਨਵੀਟੇਸ਼ਨ ਲਗਾ 4th ਟਾਈਮ ਮਿਲਿਆ ਹੈ। ਸੋ ਆਈ ਹੋਪ ਇਹ ਵੀਡੀਓ ਤੋਂ ਬਹੁਤ ਜ਼ਿਆਦਾ ਨੌਲੇਜ ਦੇਗੀ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ YouTube ਚੈਨਲ ਰਾਈਟ ਟੂ ਐਜੂਕੇਸ਼ਨ। ਸੋ ਬਾਏ ਬਾਏ, ਗॉड ਬlesਸ ਯੂ ਆਲ।